Hello everyone, welcome to Victor's Knowledge. This is Chinu Sharma, and today I am going to take up a very simple topic over the top platform. So वैसे टॉपिक में बहुत ही ज़्यादा शॉर्ट टर्म नोटिस उत्ते तैयार कीता है because many students have been demanding this topic. So ਜਿਹੜਾ ਇਹ ਟੌਪਿਕ ਹੈ ਇਹਦੇ ਅੰਦਰ ਮੈਂ ਬੇਸਿਕ ਜੋ ਥਿਊਰੀ ਹੈ ਕਨਸੈਪਟ ਹੈ ਤੇ ਨਾਲ ਹੀ ਇੰਡੀਆ ਦੀ ਗਵਰਨਮੈਂਟ ਨੇ ਜੋ ਰੀਸੈਂਟਲੀ 2021 ਦੇ ਵਿੱਚ ਰੈਗੂਲੇਸ਼ਨ ਬਣਾਈਆਂ ਨੇ ਉਹਨਾਂ ਬਾਰੇ ਥੋੜਾ ਜਿਹਾ ਡਿਸਕਸ ਕੀਤਾ ਹੈ ਤੇ ਲਾਸਟ ਵਿੱਚ ਮੈਂ ਕੁਝ ਇੰਪੋਰਟੈਂਟ ਐਮਸੀਕਿਊਜ਼ ਡਿਸਕਸ ਕੀਤੇ ਨੇ ਤੇ ਜਿਹੜੇ ਐਮਸੀਕਿਊਜ਼ ਨੇ ਇਹ ਕਰੰਟ ਅਫੇਅਰ ਬੇਸਡ ਨੇ ਇੰਟਰਨੈਸ਼ਨਲ ਪਲੇਟਫਾਰਮ ਬੇਸਡ ਨੇ ਨਾਲ ਹੀ ਇੰਡੀਆ ਨੂੰ ਲੈ ਕੇ ਜੋ ਵੀ ਇੰਪੋਰਟੈਂਟ ਇੱਕ ਦੋ ਕੰਪਨੀਆਂ ਨੇ ਜਿਨ੍ਹਾਂ ਦੀ ਇੰਪੋਰਟੈਂਟ ਨਿਊਜ਼ ਦੇ ਵਿੱਚ ਰਹਿ ਚੁੱਕੇ ਨੇ ਪਲੇਟਫਾਰਮ ਸੋ ਉਹ ਸਾਰਾ ਕੁਝ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਕਵਰ ਕਰਾਂਗੇ। ਸੋ ਵਾਟ ਇਜ਼ OTT? OTT ਦਾ ਮਤਲਬ ਕੀ ਹੈ? ਸਭ ਤੋਂ ਪਹਿਲਾਂ ਤਾਂ ਇਹਦੀ ਫੁੱਲ ਫਾਰਮ ਓਵਰ ਦ ਟੌਪ। ਓਵਰ ਦ ਟੌਪ ਇਹ ਜਿਹੀ ਚੀਜ਼ ਹੁੰਦੀ ਹੈ ਜਿਹੜੀ ਆਪਣੀ ਮਰਜ਼ੀ ਨਾਲ ਆਪਦੇ ਆਪ ਨੂੰ ਟੈਲੈਂਟ ਨੂੰ ਆਪਾਂ ਕਹਿ ਲਓ ਕਿਸੇ ਦੇ ਕੰਮ ਨੂੰ ਕਹਿ ਲਓ ਮਤਲਬ ਸਾਰੀਆਂ ਹੱਦਾਂ ਪਾਰ ਕਰਕੇ ਉਹਦੇ ਉੱਤੇ ਕੋਈ ਰੂਲਸ ਨਹੀਂ ਹੈ ਰੈਗੂਲੇਸ਼ਨਸ ਨਹੀਂ ਹੈ ਓਵਰ ਦ ਟੌਪ ਕੰਮ ਕਰਦੀ ਹੈ। So OTT stands for over the top, which is a platform that offer video audio streaming of content over the internet। ਉਰੇ ਤੁਸੀਂ audios ਦੇਖ ਸਕਦੇ ਹੋ videos ਦੇਖ ਸਕਦੇ ਹੋ ਤੇ ਮੇਨ ਚੀਜ਼ over the top platform ਦੀ ਬਾਕੀ platforms ਨਾਲੋਂ ਕੀ ਅਲੱਗ ਹੈ ਕਿ ਇਸ platform ਉੱਤੇ ਕੋਈ ਚੈੱਕ ਨਹੀਂ ਹੈ ਕੋਈ ਸਰਕਾਰ ਦੀ ਇਨਵੋਲਵਮੈਂਟ ਨਹੀਂ ਸੀ ਜਦੋਂ ਇਸ ਮੇਨ platform ਨੂੰ ਲਿਆਂਦਾ ਗਿਆ। ਇੰਟਰਨੈਸ਼ਨਲੀ ਹਜੇ ਵੀ ਇੱਕ ਓਪਨ ਪਲੇਟਫਾਰਮ ਹੈ ਪਰ ਇੰਡੀਆ ਦੇ ਵਿੱਚ ਰੀਸੈਂਟਲੀ ਕੁਝ ਰੈਗੂਲੇਸ਼ਨਸ ਲਗਾਤੇ ਉਹ ਆਪਾਂ ਅੱਗੇ ਪੜਾਂਗੇ। ਸੋ ਓਵਰ ਦ ਟੌਪ ਇਟ ਹੈਜ਼ ਰਿਮੂਵਡ any interference of cable operator satellite connection broadcast medium। ਤੁਹਾਡੇ ਕੋਲ ਸਿਰਫ ਇੰਟਰਨੈਟ ਹੋਣਾ ਚਾਹੀਦਾ ਤੁਸੀਂ ਇਹਨਾਂ ਪਲੇਟਫਾਰਮਸ ਉੱਤੇ ਵੀਡੀਓਜ਼ ਦੇਖ ਸਕਦੇ ਹੋ ਆਡੀਓਜ਼ ਦੇਖ ਸਕਦੇ ਹੋ ਨਾ ਤੁਹਾਨੂੰ ਕਿਸੇ ਕੇਬਲ ਕਨੈਕਸ਼ਨ ਦੀ ਲੋੜ ਆ ਕੋਈ ਸੈਟੇਲਾਈਟ ਕਨੈਕਸ਼ਨ ਕੋਈ ਬ੍ਰੌਡਕਾਸਟ ਮੀਡੀਅਮ ਨਹੀਂ ਚਾਹੀਦਾ। ਸੋ ਜਿਹੜੇ ਮੀਡੀਆ ਸਰਵਿਸਿਜ਼ ਨੇ ਇਹਨਾਂ ਨੂੰ ਤੁਸੀਂ ਈਜ਼ੀਲੀ ਐਕਸੈਸ ਕਰ ਸਕਦੇ ਹੋ ਆਪਣੇ ਫੋਨ ਦੇ ਥਰੂ। ਤੁਹਾਡੇ ਕੋਲੇ ਪਲੇਟਫਾਰਮਸ ਦੇ ਐਪ ਹੋਣੇ ਚਾਹੀਦੇ ਨੇ ਫੋਨ ਐਪਲੀਕੇਸ਼ਨਸ ਹੋਣੀਆਂ ਚਾਹੀਦੀਆਂ ਨੇ ਲੈਪਟਾਪਸ ਦੇ ਉੱਤੇ ਤੁਸੀਂ ਵੈਬਸਾਈਟਸ ਦੇ ਵਿੱਚ ਜਾ ਸਕਦੇ ਹੋ ਸਮਾਰਟ ਟੀਵੀ ਅਦਰ ਆਡੀਓ ਵਿਜ਼ੂਅਲ ਡਿਵਾਈਸਿਸ ਵਿਦ ਐਨ ਇੰਟਰਨੈਟ ਕਨੈਕਸ਼ਨ। ਸਿਰਫ ਇੰਟਰਨੈਟ ਕਨੈਕਸ਼ਨ ਇੱਕ ਮੇਨ ਜ਼ਰੂਰੀ ਰਿਕੁਆਇਰਮੈਂਟ ਹੈ। ਸੋ ਜਿਹਦੇ ਕੋਲ ਵੀ ਪੇਡ ਸਬਸਕ੍ਰਿਪਸ਼ਨ ਹੈ ਉਹ ਰਜਿਸਟਰ ਕਰ ਸਕਦਾ ਆਪਣੇ ਆਪ ਨੂੰ ਤੇ ਫਿਰ ਉਹਦੇ ਕੋਲ ਅਨਲਿਮਿਟਿਡ ਐਕਸੈਸ ਮਿਲ ਜਾਂਦਾ ਹੈ ਜਿਸ ਹਿਸਾਬ ਦੀ ਵੀ ਉਹਨੇ ਸਬਸਕ੍ਰਿਪਸ਼ਨ ਲਈ ਹੁੰਦੀ ਹੈ। ਜਿਹੜੀ ਇਹ ਸਰਵਿਸ ਹੈ ਇਹਨੂੰ ਆਪਾਂ ਵੀਡੀਓ ਔਨ ਡਿਮਾਂਡ ਇਸ ਸਰਵਿਸ ਦੇ ਨਾਲ ਸਿਨੋਨਿਮਸਲੀ ਪੜ੍ਹਦੇ ਹਾਂ ਤੇ ਜਿਹੜਾ ਡਿਜੀਟਲ ਕੰਟੈਂਟ ਹੈ ਜਿਹਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਐਕਸੈਸ ਕਰਦੇ ਹਾਂ ਸੋ ਇਹ ਦੋ ਵਰਡਸ ਦੇ ਨਾਲ ਆਪਾਂ ਸਿਨੋਨਿਮਸਲੀ ਓਵਰ ਦ ਟੌਪ ਨੂੰ ਪੜ੍ਹਦੇ ਹਾਂ। ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਲੇਟਫਾਰਮਸ ਨੇ ਅੱਜ ਕੱਲ੍ਹ ਕਾਫੀ ਫੇਮਸ ਹੋ ਰਹੇ ਨੇ ਲੋਕ ਸਪੈਸ਼ਲੀ ਯੂਥ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਪਰ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੰਨੀ ਡਾਇਵਰਸਿਟੀ ਹੈ ਇੰਟਰਨੈਸ਼ਨਲ ਲੈਵਲ ਤੇ ਤਾਂ ਚਲੋ ਚੱਲ ਜਾਂਦਾ ਹੈ ਪਰ ਇੰਡੀਆ ਦੀ ਜੇ ਗੱਲ ਕਰੀਏ ਤਾਂ ਉਰੇ ਕਈ ਵਾਰੀ ਲੋਕਾਂ ਦੇ ਸੈਂਟੀਮੈਂਟ ਹਰਟ ਹੋ ਜਾਂਦੇ ਨੇ ਇਹੋ ਜਿਹਾ ਕੰਟੈਂਟ ਆਉਂਦਾ। ਸੋ ਮੇਨਲੀ ਜਿਹੜੀ ਆਪਣੀ IAMA ਹੈ ਉਹਨੇ ਕੁਝ ਕੰਡੀਸ਼ਨਸ ਲਗਾਈਆਂ ਸੀ ਕਿ ਓਵਰ ਦ ਟੌਪ ਜਿਹੜਾ ਪਲੇਟਫਾਰਮ ਹੈ ਉਹਦੇ ਉੱਤੇ 5 ਮੇਨ ਚੀਜ਼ਾਂ ਨੇ ਟਰਮਸ ਐਂਡ ਕੰਡੀਸ਼ਨਸ ਨੇ ਜਿਨ੍ਹਾਂ ਨੂੰ ਮੈਂਡੇਟਰੀ ਕੰਪਲਸਰੀਲੀ ਫੋਲੋ ਕਰਨਾ ਪਊ। ਸੋ ਉਹਦੇ ਵਿੱਚ ਪਹਿਲਾ ਆਉਂਦਾ no such content shall be added on these platform which would cause any disrespect to national emblem or national flag। ਦੂਜਾ ਜਿਹੜਾ ਵੀ ਕੰਟੈਂਟ ਕਿਸੇ ਰਿਲੀਜੀਅਸ ਸੈਂਟੀਮੈਂਟ ਨੂੰ ਹਰਟ ਕਰੇ ਉਹ ਚੀਜ਼ਾਂ ਸਟ੍ਰੀਮ ਨਹੀਂ ਹੋ ਸਕਦੀਆਂ। Next is visuals promoting child pornography to be strictly prohibited। Content which is banned by the law or order of the country could not be streamed। Terrorism of any kind cannot be promoted। ਸੋ ਇਹ ਕੁਝ ਮੈਂਡੇਟਰੀ ਚੀਜ਼ਾਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਆਨਲਾਈਨ ਜੋ ਵੀ ਓਵਰ ਦ ਟੌਪ ਪਲੇਟਫਾਰਮਸ ਨੇ ਡਿਜੀਟਲ ਕੰਟੈਂਟ ਕ੍ਰੀਏਟ ਕਰਦੇ ਨੇ ਇਹਨਾਂ ਦੇ ਲਈ ਸਟ੍ਰਿਕਟਲੀ ਪ੍ਰੋਹਿਬਿਟਡ ਹੈ। However, the Union government disapproved of this code formed by Internet and Mobile Association। ਸੋ ਜਿਹੜਾ ਇਹ ਕੋਡ ਸੀ ਮੈਂਡੇਟਰੀ ਰਿਸਟ੍ਰਿਕਸ਼ਨ ਵਾਲਾ ਇਹ ਤਿਆਰ ਕੀਤਾ ਗਿਆ ਸੀ IAMAI ਦੇ ਦੁਆਰਾ। ਯੂਨੀਅਨ ਗਵਰਨਮੈਂਟ ਨੇ ਇਸ ਚੀਜ਼ ਨੂੰ ਡਿਸਅਪਰੂਵ ਕੀਤਾ ਤੇ ਨਾਲ ਹੀ IAMAI ਦੀ ਹੈਲਪ ਕੀਤੀ ਸੀ DCCC ਨੇ। ਸੋ ਇੰਡੀਆ ਦੀ ਗਵਰਨਮੈਂਟ ਕਹਿੰਦੀ
ਵੀ ਆਪਾਂ ਨੂੰ ਇੱਕ ਪ੍ਰੋਪਰ ਲੀਗਲ ਫਰੇਮਵਰਕ ਚਾਹੀਦਾ ਹੈ, ਤਾਂ ਹੀ ਡਿਜੀਟਲ ਕੰਟੈਂਟ ਕ੍ਰੀਏਟਰਸ ਮੇਨਲੀ ਇੱਕ ਡਰ ਦੇ ਨਾਲ ਕੰਮ ਕਰਨਗੇ ਕਿ ਜੋ ਵੀ ਉਹਨਾਂ ਨੂੰ ਰੂਲਸ ਰੈਗੂਲੇਸ਼ਨ ਦਿੱਤੀਆਂ ਨੇ ਉਹ ਸਟ੍ਰਿਕਟਲੀ ਫੋਲੋ ਕਰਨੀਆਂ ਪੈਣਗੀਆਂ। So finally, the government decided to undertake OTT platform and their censorship right under Ministry of Information and Broadcasting। So ਇਹੀ ਕਾਰਨ ਸੀ ਕਿ proper check ਲਗਾਉਣ ਦੇ ਲਈ authoritative power ਦੇਣ ਦੇ ਲਈ ਕਿਸੇ higher ministry ਨੂੰ higher authority ਨੂੰ ਇੰਡੀਆ ਦੀ ਸਰਕਾਰ ਨੇ ਜਿੰਨੇ ਵੀ OTT platforms ਨੇ ਉਹਨਾਂ ਦੀ ਜੋ censorship ਹੈ ਕਿ ਕਿੱਥੇ ਕੀ ਚੀਜ਼ approve ਕਰਨੀ ਹੈ ਉਹ ਸਾਰਾ ਦਾ ਸਾਰਾ ਜੋ ਵੀ ਕੰਮ ਹੈ regulations ਨੇ ਉਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਨੂੰ ਦੇਤੀ। ਸੋ ਜੇ ਹੁਣ ਆਪਾਂ ਰੈਗੂਲੇਸ਼ਨਸ ਦੀ ਗੱਲ ਕਰੀਏ ਤੇ ਡਿਜੀਟਲ ਕੰਟੈਂਟ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਇੰਟਰਨੈਟ ਦੀ ਵਰਤੋਂ ਹਰ ਦਿਨ ਕਿੰਨੀ ਜ਼ਿਆਦਾ ਵੱਧ ਰਹੀ ਹੈ। ਆਲਮੋਸਟ ਹਰ ਇਨਸਾਨ ਇੰਟਰਨੈਟ ਦੀ ਵਰਤੋਂ ਕਰ ਰਿਹਾ ਹੈ। ਇੰਡੀਆ ਦੇ ਵਿੱਚ ਜਿਹੜਾ OTT ਹੈ ਇਹ ਸਿਰਫ ਇੱਕ ਇਹੋ ਜਿਹਾ ਕੱਲਾ ਪਲੇਟਫਾਰਮ ਹੈ ਜੋ ਸੈਲਫ ਰੈਗੂਲੇਟਰੀ ਹੈ। ਮਤਲਬ OTT ਹੀ ਇੱਕ ਇਹੋ ਜਿਹਾ ਪਲੇਟਫਾਰਮ ਬਚਿਆ ਸੀ ਜਿਹਨੂੰ ਚਲਾਉਣ ਦੇ ਲਈ ਕੋਈ ਪ੍ਰੋਪਰ ਚੈੱਕ ਨਹੀਂ ਸੀ, ਕਿਸੇ ਦਾ ਵਿੱਚ ਕੋਈ ਇਨਵੋਲਵਮੈਂਟ ਨਹੀਂ ਸੀ, ਕੋਈ ਸੈਂਸਰਸ਼ਿਪ ਨਹੀਂ ਸੀ, ਕੋਈ ਰੋਕ ਟੋਕ ਨਹੀਂ ਸੀ। ਸੋ ਜਿਵੇਂ ਬਾਕੀ ਪਲੇਟਫਾਰਮ ਨੇ ਟੈਲੀਵਿਜ਼ਨ ਰੇਡੀਓ ਉਹਨਾਂ ਸਾਰਿਆਂ ਦੀ ਕਿਤੇ ਨਾ ਕਿਤੇ ਸੈਂਸਰਸ਼ਿਪ ਹੁੰਦੀ ਹੈ, ਪ੍ਰੋਪਰ ਗਵਰਨਮੈਂਟ ਚੈੱਕ ਰੱਖਦਾ ਹੈ। ਸੋ ਇਸੇ ਲਈ ਸਿਰਫ ਜਿਹੜਾ ਇੱਕ ਪਲੇਟਫਾਰਮ ਬਚਿਆ ਸੀ ਤੇ ਹੁਣ ਇੰਨਾ ਜ਼ਿਆਦਾ ਪਪੂਲਰ ਵੀ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਜ਼ਰੂਰੀ ਸੀ ਕਿ ਸਰਕਾਰ ਨੂੰ ਇੱਕ ਇੰਪੋਰਟੈਂਟ ਸਡਨ ਕੁਇਕ ਐਕਸ਼ਨ ਲੈ ਕੇ ਐਡਮਿਨਿਸਟ੍ਰੇਸ਼ਨ ਇਸ ਪੂਰੇ ਦੇ ਪੂਰੇ ਸੈਕਟਰ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਨੂੰ ਦੇਣੀ ਪਈ। ਸੋ ਵਟ ਆਰ ਦ ਰੈਗੂਲੇਸ਼ਨਸ ਰੂਲਸ ਜਿਹੜੇ ਕਿ ਓਵਰ ਦ ਟੌਪ ਪਲੇਟਫਾਰਮ ਦੇ ਲਈ ਬਣਾਏ ਗਏ ਨੇ। ਨੰਬਰ 1 ਸਭ ਤੋਂ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਵੀ ਇੰਡੀਅਨ ਗਵਰਨਮੈਂਟ ਨੇ ਓਵਰ ਦ ਟੌਪ ਪਲੇਟਫਾਰਮਸ ਨੂੰ ਇੱਕ ਮਿਨਿਸਟਰੀ ਦੇ ਕੰਟਰੋਲ ਦੇ ਅੰਦਰ ਚੈੱਕ ਦੇ ਅੰਦਰ ਪਾਤਾ ਤੇ ਉਹ ਮਿਨਿਸਟਰੀ ਹੈ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੀ ਮਿਨਿਸਟਰੀ। ਸੋ ਸੁਪਰੀਮ ਕੋਰਟ ਨੇ ਜਜਮੈਂਟ ਪਾਸ ਕੀਤੀ ਸੀ ਅਕਤੂਬਰ 2020 ਦੇ ਵਿੱਚ, ਪਰ ਉਸ ਜਜਮੈਂਟ ਦੇ ਵਿੱਚ ਕੋਈ ਫਾਈਨਲ ਡਿਸੀਜਨਸ ਨਹੀਂ ਸੀ ਆਏ। ਸਟਿਲ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹਨੇ ਇੰਪੋਰਟੈਂਟ ਡਿਜੀਟਲ ਕੰਟੈਂਟ ਨੂੰ ਰੈਗੂਲੇਟ ਕਰਨ ਦੇ ਲਈ ਸਟੈਪਸ ਚੱਕੇ। ਸੋ ਕੁਝ ਇੰਪੋਰਟੈਂਟ ਰੈਗੂਲੇਸ਼ਨਸ ਦਿੱਤੀਆਂ, ਨਾਲ ਹੀ ਜਿਹੜੇ ਵੀ ਡਾਇਰੈਕਸ਼ਨਸ ਦਿੱਤੀਆਂ ਨੇ ਯੂਨੀਅਨ ਗਵਰਨਮੈਂਟ ਨੇ ਉਹ ਡਾਇਰੈਕਸ਼ਨਸ ਨੂੰ ਕੰਪਾਈਲ ਕੀਤਾ ਗਿਆ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਫॉर ਮੂਵੀਜ਼ ਦੇ ਦੁਆਰਾ, ਨਿਊਜ਼ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਫॉर ਟੈਲੀਵਿਜ਼ਨ ਤੇ ਨਾਲ ਹੀ ਜਿਹੜੀ ਪ੍ਰੈਸ ਕਾਉਂਸਲ ਆਫ ਇੰਡੀਆ ਪ੍ਰਿੰਟ ਮੀਡੀਆ ਦੇ ਲਈ। Also, a legal framework will be set up to ensure that nobody or producer tends to break the rules set by ministry। So, जो Ministry of Information Broadcasting ने digital content ਦੇ ਲਈ rules set up ਕੀਤੇ ਨੇ, ਇੱਕ ਲੀਗਲ ਫਰੇਮਵਰਕ ਤਿਆਰ ਕੀਤਾ ਜਾਊ ਪ੍ਰੋਪਰ ਜਿਹਦੇ ਨਾਲ ਕੋਈ ਪ੍ਰੋਡਿਊਸਰ ਹੈ ਜਾਂ ਕੋਈ ਵੀ ਇੰਡੀਵਿਜੂਅਲ ਹੈ ਉਹ ਇਹਨਾਂ ਰੂਲਸ ਨੂੰ ਤੋੜ ਕੇ ਇਹਨਾਂ ਦੇ ਅਗੇਂਸਟ ਜਾ ਕੇ ਕੋਈ ਕੰਟੈਂਟ ਨਾ ਕ੍ਰੀਏਟ ਕਰੇ। ਸੋ ਫਰਵਰੀ 2021 ਦੇ ਵਿੱਚ ਕੁਝ ਨਵੇਂ ਸੈਟ ਆਫ ਰੈਗੂਲੇਸ਼ਨ ਰੂਲ ਰਿਲੀਜ਼ ਕੀਤੇ ਸੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਨੇ। So next is top most popular OTT platforms in India. Number 1 Netflix, then Disney Plus Hotstar, Amazon Prime Video, Sony Live, ZEE5। ZEE5 ਦੀ original web series ਆਈ ਸੀ Scam 1992 ਜਿਹਦੇ ਤੋਂ ਬਾਅਦ ਇਹ ਬਹੁਤ ਜ਼ਿਆਦਾ ਪਪੂਲਰ ਹੋਇਆ ਪਲੇਟਫਾਰਮ। ਨੈਕਸਟ ਇਜ਼ ਵੂਟ, ਜਿਹੜਾ ਇਹ OTT ਪਲੇਟਫਾਰਮ ਹੈ ਇਹਨੂੰ ਬਹੁਤ ਫੇਮਸ ਇੰਡੀਆ ਵਿੱਚ Viacom 18 ਕੰਪਨੀ ਹੈ ਜਿਹੜੀ ਇਹਨੂੰ ਪਾਵਰ ਕਰਦੀ ਹੈ। Next is MX Player। ਇਹਦੇ ਨਾਲ ਰਿਲੇਟਡ ਇੱਕ important fact ਹੈ that MX Player is the complete free OTT platform in India। Free OTT means ਤੁਹਾਨੂੰ subscription ਵਗੈਰਾ ਦੀ ਜ਼ਰੂਰਤ ਨਹੀਂ ਹੈ। Next is Alt Balaji। ਇਹਨੂੰ ਬਾਲਾਜੀ ਟੈਲੀਫਿਲਮ ਓਨ ਕਰਦੇ ਨੇ ਤੇ ਅਪ੍ਰੈਲ 2017 ਵਿੱਚ ਲਾਂਚ ਕੀਤੇ ਗਏ ਸੀ। ਉਸ ਤੋਂ ਬਾਅਦ ਆਉਂਦੇ ਆ Big Flix। Big Flix ਨੂੰ ਓਨ ਕਰਦੇ ਆ Reliance। Next is Ullu app। ਇਹਨੂੰ ਓਨ ਕੀਤਾ ਜਾਂਦਾ ਹੈ ਬਾਈ ਇੰਡੀਅਨ ਐਂਟਰਪ੍ਰੈਨਰ ਵਿਭੂ ਅਗਰਵਾਲ ਤੇ ਜਿਹੜਾ ਇਹ OTT ਪਲੇਟਫਾਰਮ ਹੈ ਇਹ ਲਾਂਚ ਹੋਇਆ ਸੀ 2018 ਵਿੱਚ ਐਂਡ ਜਿਹੜਾ ਦਾ ਬੇਸ ਹੈ ਉਹ ਹੈ ਮੁੰਬਈ ਵਿੱਚ। ਨੈਕਸਟ ਇਜ਼ ਬੈਨੀਫਿਟਸ ਆਫ ਓਵਰ ਦ ਟੌਪ ਪਲੇਟਫਾਰਮ। ਸੋ ਫਾਇਦੇ ਕੀ ਨੇ, ਕਿਉਂ ਇਹ ਇੰਨੇ ਥੋੜੇ ਟਾਈਮ ਦੇ ਵਿੱਚ ਹੀ ਸਪੈਸ਼ਲੀ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਫੇਮਸ ਹੋ ਗਏ। ਸੋ ਲੋਕ ਅੱਜ ਕੱਲ੍ਹ ਟੀਵੀ ਨੂੰ ਤਾਂ ਆਲਮੋਸਟ ਭੁੱਲ ਹੀ ਗਏ ਨੇ, ਜਿੰਨਾ ਵੀ ਯੂਥ ਹੈ ਈਵਨ ਅਡਲਟਸ ਵੀ ਅੱਜ ਕੱਲ੍ਹ ਸਾਰੇ ਜਾਣੇ ਮੇਨਲੀ ਓਵਰ ਦ ਟੌਪ ਪਲੇਟਫਾਰਮਸ ਨੂੰ ਹੀ
देखना पसंद करते हैं। नंबर 1 कारण है कॉस्ट इफेक्टिव। सो जे कोई भी इनू ऑनलाइन डिजिटल कंटेंट ਨੂੰ ਦੇਖਣਾ ਚਾਹੁੰਦਾ ਉਹ ਆਪਣੇ ਆਪ ਨੂੰ ਰਜਿਸਟਰ ਕਰਵਾਓ। ਬਹੁਤ ਵਧੀਆ ਸਕੀਮਸ ਮਿਲਦੀਆਂ ਨੇ ਤੁਹਾਨੂੰ ਮੰਥਲੀ ਸਬਸਕ੍ਰਿਪਸ਼ਨ ਦੀਆਂ, ਈਅਰਲੀ ਸਬਸਕ੍ਰਿਪਸ਼ਨ ਦੀਆਂ। ਨੈਕਸਟ ਇਜ਼ ਈਜ਼ੀ ਐਕਸੈਸ। ਤੁਹਾਨੂੰ ਆਪਣੇ ਚਾਹੇ ਫੋਨ ਦੇ ਉੱਤੇ ਦੇਖਣਾ ਹੈ, ਸਮਾਰਟ ਲੈਪਟਾਪ ਦੇ ਉੱਤੇ, ਟੀਵੀ ਉੱਤੇ, ਟੇਬਲੇਟਸ ਉੱਤੇ, ਹਰ ਚੀਜ਼ ਦੇ ਉੱਤੇ ਤੁਹਾਨੂੰ ਸਿਰਫ ਇੰਟਰਨੈਟ ਕਨੈਕਸ਼ਨ ਚਾਹੀਦਾ ਹੈ, ਇੱਕ ਸਬਸਕ੍ਰਿਪਸ਼ਨ ਲਈ ਹੋਣੀ ਚਾਹੀਦੀ ਹੈ। ਤੁਸੀਂ ਕਿਤੇ ਵੀ ਬੈਠ ਕੇ ਕਦੋਂ ਮਰਜ਼ੀ, ਜਦੋਂ ਤੁਹਾਡੇ ਫੋਨ ਦੇ ਵਿੱਚ ਉਹ ਐਪ ਹੈ ਜਾਂ ਤੁਸੀਂ ਟਰੈਵਲਿੰਗ ਵੀ ਇਵਨ ਕਰ ਰਹੇ ਹੋ ਤਾਂ ਤੁਸੀਂ ਈਜ਼ੀਲੀ ਐਕਸੈਸ ਕਰ ਸਕਦੇ ਹੋ ਇਹਨਾਂ ਪਲੇਟਫਾਰਮ ਨੂੰ। ਨੈਕਸਟ ਇਜ਼ ਕ੍ਰੀਏਟਿਵ ਐਂਡ ਅਨਯੂਜੂਅਲ ਕੰਟੈਂਟ। ਜਿਹੜੀ ਸਟੋਰੀ ਲਾਈਨ ਹੁੰਦੀ ਹੈ ਹਮੇਸ਼ਾ ਉਹ ਜ਼ਿਆਦਾ ਕ੍ਰੀਏਟਿਵ ਆਈਡੀਆਜ਼ ਨੂੰ ਇਕੱਠਾ ਕਰਕੇ ਤਿਆਰ ਕੀਤੀ ਜਾਂਦੀ ਹੈ। ਨੈਕਸਟ ਇਜ਼ ਓਪਨ ਪਲੇਟਫਾਰਮ ਹੈ ਐਂਟਰਟੇਨਮੈਂਟ ਇੰਡਸਟਰੀ ਦਾ। ਸੋ ਜੋ ਵੀ ਨਵਾਂ ਟੈਲੈਂਟ ਹੈ ਉਹਨਾਂ ਨੂੰ ਇੱਕ ਬਹੁਤ ਵਧੀਆ ਮੀਡੀਅਮ ਮਿਲਿਆ ਆਪਣਾ ਟੈਲੈਂਟ ਲੋਕਾਂ ਦੇ ਅੱਗੇ ਰੱਖਣ ਦਾ। ਤੇ ਲਾਸਟ ਵਿੱਚ ਪਲੇਟਫਾਰਮ ਫॉर ਇੰਟਰਨੈਸ਼ਨਲ ਕੰਟੈਂਟ। ਸੋ ਕੋਈ ਵੀ ਇੰਡੀਅਨ ਕੰਟੈਂਟ ਹੈ ਉਹ ਇਹਨਾਂ ਪਲੇਟਫਾਰਮ ਉੱਤੇ ਅਪਲੋਡ ਕੀਤਾ ਜਾ ਸਕਦਾ ਹੈ ਤੇ ਉਹਨੂੰ ਇੰਟਰਨੈਸ਼ਨਲੀ ਕੋਈ ਵੀ ਦੇਖ ਸਕਦਾ ਹੈ। ਇਹਦੇ ਨਾਲ ਟੈਲੈਂਟ ਨੂੰ ਤੇ ਕੰਟੈਂਟ ਨੂੰ ਇੱਕ ਬਹੁਤ ਵਾਈਡਰ ਬ੍ਰੌਡਰ ਆਊਟਰੀਚ ਮਿਲਦੀ ਹੈ। ਹੁਣ ਫਾਇਦੇ ਦੇ ਨਾਲ-ਨਾਲ ਹਰ ਚੀਜ਼ ਦੇ ਨੁਕਸਾਨ ਵੀ ਹੁੰਦੇ ਨੇ। ਸੋ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ, ਪਹਿਲੀ ਚੀਜ਼ ਆਉਂਦੀ ਹੈ may affect socio-political harmony। ਜਿਹੜਾ ਇਹਦਾ ਕੰਟੈਂਟ ਹੈ, ਕੋਈ ਸੈਂਸਰ ਬੋਰਡ ਨਹੀਂ ਹੈ OTT ਪਲੇਟਫਾਰਮਸ ਦੇ ਕੰਟੈਂਟ ਨੂੰ ਰਿਵਿਊ ਕਰਨ ਦੇ ਲਈ। ਕਈ ਵਾਰੀ ਆਪਾਂ ਨੇ ਦੇਖਿਆ ਕੋਈ ਇਹੋ ਜਿਹੀਆਂ ਸੀਰੀਜ਼ ਰਿਲੀਜ਼ ਹੁੰਦੀਆਂ ਨੇ ਕਿ ਉਹ ਸੁਸਾਇਟੀ ਦੇ ਲੋਕਾਂ ਦੀਆਂ ਸੈਂਟੀਮੈਂਟਸ ਨੂੰ ਹਰਟ ਕਰਦੇ ਆ, ਸੋਸ਼ਲ ਤੇ ਪੋਲੀਟੀਕਲ ਹਾਰਮਨੀ ਨੂੰ ਵਿਗਾੜ ਦਿੰਦੇ ਆ। ਨੈਕਸਟ ਉਹੀ ਚੀਜ਼ ਕੋਈ ਰੈਗੂਲੇਟਰੀ ਬੋਡੀ ਨਹੀਂ ਹੈ, ਕੋਈ ਚੈੱਕ ਨਹੀਂ ਹੈ। ਇਹ ਬਹੁਤ ਵੱਡਾ ਕੰਸਰਨ ਬਣਿਆ ਹੋਇਆ ਆਪਣੀ ਅੱਜ ਦੀ ਕਰੰਟ ਗਵਰਨਮੈਂਟ ਦਾ। ਸੋ ਇਹਨੂੰ ਲੈ ਕੇ ਰੀਸੈਂਟਲੀ ਫਰਵਰੀ 2021 ਦੇ ਵਿੱਚ ਇੰਡੀਆ ਦੀ ਗਵਰਨਮੈਂਟ ਨੇ ਕੁਝ ਇੰਪੋਰਟੈਂਟ ਰੈਗੂਲੇਸ਼ਨਸ ਪਾਸ ਕੀਤੀਆਂ ਨੇ। ਥ੍ਰੈਟ ਟੂ ਕਲਚਰ ਐਂਡ ਟ੍ਰੈਡੀਸ਼ਨ। ਸੋ ਇਹਦੇ ਵਿੱਚ ਜਿਹੜਾ ਮੇਨਲੀ ਜ਼ਿਆਦਾ ਕੰਟੈਂਟ ਹੈ ਉਹ ਮਾਡਰਨ ਤੇ ਫਰੈਸ਼ ਕੰਟੈਂਟ ਆ ਰਿਹਾ ਹੈ। ਕਿਤੇ ਨਾ ਕਿਤੇ ਜਿਹੜਾ ਇਹ ਓਵਰ ਦ ਟੌਪ ਪਲੇਟਫਾਰਮ ਹੈ ਇਹ ਲੋਕਾਂ ਦੇ ਅੰਦਰ ਜੋ ਵੀ ਪਹਿਲਾਂ ਟ੍ਰੈਡੀਸ਼ਨਲ ਇੱਕ ਐਂਟਰਟੇਨਮੈਂਟ ਇੰਡਸਟਰੀ ਦਾ ਕੰਮ ਚੱਲਦਾ ਸੀ ਜਿਵੇਂ ਉਸ ਚੀਜ਼ ਨੂੰ ਪਿੱਛੇ ਕਰ ਰਿਹਾ। ਸੋ ਹੁਣ ਆਪਾਂ ਨੇ ਬੇਸਿਕ ਥਿਊਰੀ ਤਾਂ ਦੇਖ ਲਈ, ਇੰਡੀਆ ਦੇ ਇੰਪੋਰਟੈਂਟ ਪਲੇਟਫਾਰਮ ਦੇਖ ਲਏ, ਪਰ ਹੁਣ ਮੈਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਇਹੋ ਜਿਹੇ MCQs ਡਿਸਕਸ ਕਰਨ ਜਾ ਰਹੀ ਹਾਂ ਜਿਹੜੇ ਇੱਕ ਤਾਂ ਕਰੰਟ ਅਫੇਅਰ ਪਰਸਪੈਕਟਿਵ ਤੋਂ ਇੰਪੋਰਟੈਂਟ ਨੇ, ਦੂਜਾ ਇੰਟਰਨੈਸ਼ਨਲ ਲੈਵਲ ਤੋਂ ਵੀ ਜੇ ਆਪਾਂ ਓਵਰਆਲ ਟੌਪਿਕ ਦੇਖੀਏ ਓਵਰ ਦ ਟੌਪ ਦਾ, ਸੋ ਉਹਦੇ ਲਈ ਬਹੁਤ ਇੰਪੋਰਟੈਂਟ MCQs ਨੇ। ਫਰਸਟ ਹੈ ਕੈਨ ਯੂ ਨੇਮ ਇੰਡੀਆਜ਼ ਫਰਸਟ ਗਲੋਬਲ ਮਲਟੀ ਲੈਂਗੁਏਜ HD ਮੂਵੀ ਪਲੇਟਫਾਰਮ launched by Reliance Entertainment। ਸੋ Reliance Entertainment ਦੇ ਦੁਆਰਾ ਪਹਿਲਾ ਮਲਟੀ ਲੈਂਗੁਏਜ HD ਮੂਵੀ ਪਲੇਟਫਾਰਮ ਕਿਹੜਾ ਇੰਡੀਆ ਦੇ ਵਿੱਚ ਆਇਆ ਸੀ? ਸੋ ਇਹਦਾ ਨਾਮ ਹੈ ਬਿਗ ਫਲਿਕਸ। Next is in December 2020, the streaming giant Netflix announced a 2-day free viewing scheme over the weekend called StreamFest। ਸੋ 2020 ਦਸੰਬਰ ਦੇ ਵਿੱਚ Netflix ਨੇ 2 ਦਿਨ ਦੇ ਲਈ ਇੱਕ ਸਕੀਮ ਲਾਂਚ ਕੀਤੀ ਸੀ ਸਟ੍ਰੀਮ ਫੈਸਟ ਦੇ ਨਾਮ ਤੇ, ਜਿਹਦੇ ਵਿੱਚ 2 ਦਿਨ ਦੇ ਲਈ ਫ੍ਰੀ ਵਿੱਚ ਤੁਸੀਂ ਕੁਝ ਵੀ ਦੇਖ ਸਕਦੇ ਸੀ। ਸੋ ਇਹਦੇ ਨਾਲ 8 ਲੱਖ ਨਵੀਆਂ ਮੋਬਾਈਲ ਦੇ ਵਿੱਚ ਡਾਊਨਲੋਡਸ ਹੋਈਆਂ ਇਸ ਐਪ ਦੀਆਂ ਇੰਡੀਆ ਦੇ ਵਿੱਚ ਤੇ 1.3 ਮਿਲੀਅਨ ਨਿਊ ਡਾਊਨਲੋਡਸ ਹੋਈਆਂ ਪੂਰੀ ਦੁਨੀਆ ਦੇ ਵਿੱਚ ਵਰਲਡ ਵਾਈਡ ਫॉर द फ्री ट्रायल पीरियड। सो ਜਿਹੜਾ 2 ਦਿਨ ਦਾ ਸਮਾਂ ਸੀ resulting in a -% increase in download versus the previous week। ਸੋ ਜਿਹੜੇ ਇਹ 2 ਦਿਨ ਦਾ ਸਮਾਂ ਦਿੱਤਾ ਸੀ ਫ੍ਰੀ ਵਿਊਇੰਗ ਵਾਲਾ, ਇਹਦੇ ਵਿੱਚ ਐਪ ਦੀ ਜੇ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਤਾਂ ਜਿਹੜਾ ਇਹ ਵੀਕ ਆਇਆ ਸੀ ਇਸ ਤੋਂ ਪਿਛਲੇ ਵੀਕ ਦੇ ਕੰਪੈਰੀਟਿਵਲੀ ਕਿੰਨੇ % ਡਾਊਨਲੋਡਿੰਗ ਵਧੀ ਹੈ ਐਪ ਦੀ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ 2570%। ਨੈਕਸਟ ਇਜ਼ ਆਪਾਂ ਨੇ ਦੱਸਣਾ ਵੀ ਇਹ 4 ਆਪਸ਼ਨਸ ਦੇ ਵਿੱਚੋਂ ਕਿਹੜਾ ਬਿਜ਼ਨਸ ਮਾਡਲ TVOD ਟ੍ਰਾਂਜੈਕਸ਼ਨਲ ਵੀਡੀਓ ਔਨ ਡਿਮਾਂਡ ਮੋਡ ਦੇ ਉੱਤੇ ਕੰਮ ਨਹੀਂ ਕਰਦਾ। ਸੋ ਇਹਦਾ ਰਾਈਟ ਆਨਸਰ ਹੈ HBO Now। Next is as per recent report by PwC, India is likely to overtake South Korea, Germany, Australia to attain which position among largest OTT video market globally by 2024। ਸੋ 2024 ਤੱਕ ਇੰਡੀਆ ਕਿਹੜੀ ਪੋਜੀਸ਼ਨ ਹਾਸਿਲ ਕਰੂ
among largest OTT ਵੀਡੀਓ ਮਾਰਕੀਟ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਵੀ ਸ਼ਾਇਦ ਇੰਡੀਆ ਸਾਊਥ ਕੋਰੀਆ ਜਰਮਨੀ ਆਸਟ੍ਰੇਲੀਆ ਇਹਨਾਂ ਤੋਂ ਵੀ ਅੱਗੇ ਨਿਕਲ ਜੂ ਸੋ ਇੰਡੀਆ ਦਾ ਰੈਂਕ ਮੰਨਿਆ ਜਾ ਰਿਹਾ ਹੈ 6th। Next is WhatsApp is an example of OTT messaging app। ਇਹ true ਹੈ ਜਾਂ false ਹੈ? ਸੋ ਇਹ ਬਿਲਕੁਲ ਸਹੀ ਹੈ ਕਿਉਂਕਿ WhatsApp ਇੱਕ instant messaging app ਹੈ ਤੇ ਇਹਨੂੰ ਆਪਾਂ OTT messaging app ਵੀ ਕਹਿੰਦੇ ਹਾਂ। ਨੈਕਸਟ ਇਸ 2019 ਵਿੱਚ 9 ਵੀਡੀਓ ਸਟ੍ਰੀਮਿੰਗ ਪਲੇਅਰਸ ਨੇ ਜੁਆਇੰਟਲੀ ਪ੍ਰਪੋਜ਼ ਕੀਤਾ ਸੀ ਕਿ ਉਹ ਸੈਲਫ ਰੈਗੂਲੇਟਰੀ ਕੋਡ ਆਫ ਬੈਸਟ ਪ੍ਰੈਕਟਿਸ ਅੰਡਰ ਦ ਏਜਸ ਆਫ ਇੰਟਰਨੈਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ IAMAI ਦਾ ਜੋ ਕੋਡ ਹੈ ਉਹਦੇ ਨਾਲ ਮਿਲ ਕੇ ਕੰਮ ਕਰਨਗੇ। ਆਪਾਂ ਨੇ ਦੱਸਣਾ ਵੀ ਇਹ ਚਾਰ ਆਪਸ਼ਨਸ ਦੇ ਵਿੱਚੋਂ ਕਿਹੜਾ ਇਹੋ ਜਿਹਾ ਪਲੇਟਫਾਰਮ ਹੈ ਜਿਹਨੇ ਇਸ ਪ੍ਰਪੋਜ਼ਲ ਨੂੰ ਜੁਆਇਨ ਨਹੀਂ ਕੀਤਾ ਸੀ ਸੋ ਉਹ ਹੈ ਪ੍ਰਾਈਮ ਵੀਡੀਓ। ਨੈਕਸਟ ਕੁਐਸਚਨ ਹੈ OTT ਦੀ ਫੁੱਲ ਫਾਰਮ ਕੀ ਹੈ? ਸਭ ਤੋਂ ਇੰਪੋਰਟੈਂਟ ਸੋ ਇਹਦੀ ਫੁੱਲ ਫਾਰਮ ਹੈ ਓਵਰ ਦ ਟੌਪ। Next is as of April 2020 which country has the largest Netflix library in the world spanning over 5500 titles? So ਇਹਦਾ right answer ਹੈ Ireland। Disney Plus Hotstar launched in India in April 2020. At the end of 2020, what percentage of Disney's mammoth 87 million subscriber base is accounted for by Hotstar? So, ਇਹਦਾ right answer है option D 30%. So, Disney plus Hotstar दोनों मिलके अप्रैल 2020 तक launch ਕੀਤੇ ਸੀ। So, question है कि किन्ने percent Disney चलाउण वाले ਜਿਹੜੇ ਲੋਕ ਸੀ ਉਹਨਾਂ ਦਾ ਸਬਸਕ੍ਰਾਈਬਰ ਬੇਸ ਬਣ ਗਿਆ ਹੌਟਸਟਾਰ ਦੇ ਦੁਆਰਾ। Next is in September 2020, Netflix India partnered with which Indian telecom company to offer a free mobile only subscription to postpaid subscriber? So ਇਹਦਾ right answer है Jio। Which is the top OTT service in India by the number of unique visitors? 383 million। So ਇਹ ਜਿਹੜੇ unique visitor ਨੇ ਇਹ ਆਉਂਦੇ ਨੇ YouTube ਉੱਤੇ। So option A is the right answer। So this was all about our today's lecture on OTT platform। I hope you understood the concept well। Please do subscribe to my channel। Do like, share and comment। Thank you and good luck।